ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਆਪਣੇ YouTube ਚੈਨਲ ਤੇ। ਅੱਜ ਆਪਾਂ ਗੱਲ ਕਰਾਂਗੇ ਕਿ ਅਮਰੀਕਾ ਨੇ ਜਾਪਾਨ ਉੱਪਰ ਪਰਮਾਣੂ ਬੰਬ ਕਿਉਂ ਸੁੱਟੇ, ਕੀ ਸੀ ਇਹਦੇ ਪਿੱਛੇ ਦੀ ਕਹਾਣੀ। ਇਹ ਕਹਾਣੀ ਸ਼ੁਰੂ ਹੁੰਦੀ ਹੈ ਦੂਜੇ ਵਿਸ਼ਵ ਯੁੱਧ ਸ਼ੁਰੂ ਹੋਏ ਨੂੰ 3 ਸਾਲ ਹੋ ਗਏ ਸੀ। ਇਸ ਜੰਗ ਵਿੱਚ ਇੱਕ ਪਾਸੇ ਜਰਮਨੀ, ਜਾਪਾਨ ਤੇ ਇਟਲੀ ਸੀ ਤੇ ਦੂਜੇ ਪਾਸੇ ਬ੍ਰਿਟੇਨ, ਨੀਦਰਲੈਂਡ ਤੇ ਫਰਾਂਸ ਸੀ। ਇਸ ਜੰਗ ਵਿੱਚ ਅਮਰੀਕਾ ਨੇ ਭਾਗ ਨਹੀਂ ਲਿਆ ਕਿਉਂਕਿ ਪਹਿਲੇ ਵਿਸ਼ਵ ਯੁੱਧ ਤੋਂ ਨੁਕਸਾਨ ਤੋਂ ਬਾਅਦ ਅਮਰੀਕਾ ਆਪ ਨੂੰ ਏਸ਼ੀਆ ਤੇ ਯੂਰਪ ਦੀ ਇਸ ਜੰਗ ਤੋਂ ਪਾਸੇ ਰੱਖਣਾ ਚਾਹੁੰਦਾ ਸੀ। ਪਰ ਜਾਪਾਨ ਦੀ ਇੱਕ ਹਰਕਤ ਕਰਕੇ ਅਮਰੀਕਾ ਨੂੰ ਇਸ ਜੰਗ ਵਿੱਚ ਉਤਰਨਾ ਪਿਆ। ਜਾਪਾਨ ਵਿੱਚ ਕੁਦਰਤੀ ਸਾਧਨਾਂ ਦੀ ਕਮੀ ਹੋਣ ਕਾਰਨ ਆਪਦੇ ਨਾਲ ਲੱਗਦੇ ਦੇਸ਼ਾਂ ਤੇ ਜਾਪਾਨ ਜਲਦੀ ਨਾਲ ਕਬਜ਼ਾ ਕਰ ਰਿਹਾ ਸੀ। ਕੋਰੀਆ, ਤਾਈਵਾਨ ਅਤੇ ਚਾਈਨਾ ਦੇ ਵੱਡੇ ਇਲਾਕੇ ਤੇ ਜਾਪਾਨ ਨੇ ਕਬਜ਼ਾ ਕਰ ਲਿਆ ਤੇ ਪ੍ਰਸ਼ਾਂਤ ਸਮੁੰਦਰ ਦੇ ਫਿਲੀਪੀਨ, ਮਲੇਸ਼ੀਆ ਤੇ ਇੰਡੋਨੇਸ਼ੀਆ ਤੇ ਵੀ ਜਾਪਾਨ ਕਬਜ਼ਾ ਕਰਨਾ ਚਾਹੁੰਦਾ ਸੀ। ਪਰ ਮਲੇਸ਼ੀਆ ਬ੍ਰਿਟੇਨ ਦੀ ਕਲੋਨੀ ਸੀ, ਇੰਡੋਨੇਸ਼ੀਆ ਨੀਦਰਲੈਂਡ ਦੀ ਕਲੋਨੀ ਸੀ ਤੇ ਫਿਲੀਪੀਨ ਅਮਰੀਕਾ ਦੀ ਕਲੋਨੀ ਸੀ। ਇਹਨਾਂ ਦੇਸ਼ਾਂ ਨੇ ਜਾਪਾਨ ਦੇ ਦੂਜੇ ਦੇਸ਼ਾਂ ਉੱਤੇ ਕਬਜ਼ੇ ਦਾ ਵਿਰੋਧ ਵੀ ਕੀਤਾ, ਪਰ ਜਾਪਾਨ ਪਿੱਛੇ ਹਿਟਲਰ ਦਾ ਹੱਥ ਸੀ ਤੇ ਹਿਟਲਰ ਬ੍ਰਿਟੇਨ ਅਤੇ ਅਮਰੀਕਾ ਦਾ ਦੁਸ਼ਮਣ ਸੀ। ਅਮਰੀਕਾ ਨੇ ਚੀਨ ਵਿੱਚ ਜਾਪਾਨ ਦਾ ਕਬਜ਼ਾ ਛਡਾਉਣ ਲਈ ਜੁਲਾਈ 1941 ਨੂੰ ਜਾਪਾਨ ਨੂੰ ਤੇਲ ਦੇਣਾ ਬੰਦ ਕਰ ਦਿੱਤਾ। ਜਾਪਾਨ ਵਰਤੋਂ ਦਾ 80% ਤੇਲ ਅਮਰੀਕਾ ਤੋਂ ਹੀ ਲੈਂਦਾ ਸੀ। ਅਮਰੀਕਾ ਨੇ ਜਾਪਾਨ ਅੱਗੇ ਇਹ ਸ਼ਰਤ ਰੱਖੀ ਕਿ ਜੇ ਤੇਲ ਲੈਣਾ ਹੈ ਤਾਂ ਜਾਪਾਨ ਚੀਨ ਵਿੱਚ ਆਪਦੇ ਕਬਜ਼ੇ ਛੱਡ ਦੇਵੇ, ਪਰ ਜਾਪਾਨ ਝੁਕਣਾ ਨਹੀਂ ਸੀ ਚਾਹੁੰਦਾ। ਹੁਣ ਜੇ ਜਾਪਾਨ ਚੀਨ ਵਿੱਚ ਆਪਦਾ ਕਬਜ਼ਾ ਛੱਡਦਾ ਤਾਂ ਹੋਰ ਦੇਸ਼ਾਂ ਨੇ ਕਹਿਣਾ ਸੀ ਕਿ ਜਾਪਾਨ ਅਮਰੀਕਾ ਅੱਗੇ ਝੁਕ ਗਿਆ ਤੇ ਦੂਜੇ ਪਾਸੇ ਬਿਨਾਂ ਤੇਲ ਤੋਂ ਜਾਪਾਨ ਆਪੇ ਹੀ ਕਮਜ਼ੋਰ ਪੈ ਜਾਣਾ ਸੀ। ਪਰ ਫਿਰ ਵੀ ਜਾਪਾਨ ਨੇ ਚੀਨ ਵਿੱਚ ਕਬਜ਼ਾ ਛੱਡਣ ਤੋਂ ਮਨਾ ਕਰ ਦਿੱਤਾ ਤੇ ਵਿਉਂਤ ਬਣਾਈ ਕਿ ਉਹ ਤੇਲ ਵਾਸਤੇ ਇੰਡੋਨੇਸ਼ੀਆ ਤੇ ਕਬਜ਼ਾ ਕਰੇਗਾ। ਇੰਡੋਨੇਸ਼ੀਆ ਨੀਦਰਲੈਂਡ ਦੀ ਕਲੋਨੀ ਸੀ, ਪਰ ਜਾਪਾਨ ਨੂੰ ਉਹ ਤੋਂ ਪਹਿਲਾਂ ਫਿਲੀਪੀਨ ਤੇ ਕਬਜ਼ਾ ਕਰਨਾ ਪੈਣਾ ਸੀ, ਜਿਹੜੀ ਅਮਰੀਕਾ ਦੀ ਕਲੋਨੀ ਸੀ। ਜਾਪਾਨ ਨੂੰ ਪਤਾ ਸੀ ਜੇ ਉਹ ਫਿਲੀਪੀਨ ਤੇ ਹਮਲਾ ਕਰੂਗਾ ਤਾਂ ਅਮਰੀਕਾ ਵੱਲੋਂ ਜਵਾਬੀ ਕਾਰਵਾਈ ਅਮਰੀਕਾ ਦੇ ਪ੍ਰਸ਼ਾਂਤ ਸਮੁੰਦਰ ਵਿੱਚ ਬਣੇ ਪਰਲ ਹਾਰਬਰ ਨੇਵੀ ਬੇਸ ਤੋਂ ਕੀਤੀ ਜਾਵੇਗੀ। ਪਰ ਜਾਪਾਨ ਕੋਲ ਤੇਲ ਦਾ ਭੰਡਾਰ ਖਤਮ ਹੋ ਰਿਹਾ ਸੀ। ਹੁਣ ਜਾਪਾਨ ਕੋਲ ਹਮਲਾ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਬਚਿਆ। ਪਰ ਜਾਪਾਨ ਦੀ ਹਵਾਈ ਫੌਜ ਨੇ ਫੈਸਲਾ ਕੀਤਾ ਕਿ ਉਹ ਫਿਲੀਪੀਨ ਤੇ ਹਮਲਾ ਨਾ ਕਰਕੇ ਸਿੱਧਾ ਅਮਰੀਕਾ ਦੇ ਪਰਲ ਹਾਰਬਰ ਨੇਵੀ ਬੇਸ ਤੇ ਚੁੱਪ-ਚਪੀਤੇ ਹਮਲਾ ਕਰਕੇ ਇਸ ਨੇਵੀ ਬੇਸ ਨੂੰ ਹੀ ਖਤਮ ਕਰ ਦੇਣਗੇ। ਫਿਰ ਬਿਨਾਂ ਕਿਸੇ ਡਰ ਤੋਂ ਫਿਲੀਪੀਨ ਉੱਤੇ ਕਬਜ਼ਾ ਕਰ ਲੈਣਗੇ। ਜਾਪਾਨ ਨੇ ਇਸ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਇਸ ਹਮਲੇ ਲਈ ਜਾਪਾਨ ਨੇ 2 ਜੰਗੀ ਬੇੜੇ, 39 ਪਣਡੁੱਬੀਆਂ, 30 ਡੈਸਟਰੋਇਰ ਅਤੇ 414 ਬੰਬਰ ਏਅਰਕ੍ਰਾਫਟ ਤਿਆਰ ਕੀਤੇ ਅਤੇ ਇਹਨਾਂ ਜੰਗੀ ਹਵਾਈ ਜਹਾਜ਼ਾਂ ਨੂੰ 6 ਵੱਡੇ ਏਅਰਕ੍ਰਾਫਟ ਕਰੀਅਰ ਤੇ ਲੱਦ ਕੇ ਪਰਲ ਹਾਰਬਰ ਨੇਵੀ ਬੇਸ ਵੱਲ ਤੋਰ ਦਿੱਤਾ। ਜੇ ਦੂਜੇ ਪਾਸੇ ਪਰਲ ਹਾਰਬਰ ਨੇਵੀ ਬੇਸ ਤੇ ਖੜੀ ਅਮਰੀਕਨ ਆਰਮੀ ਦੀ ਗੱਲ ਕਰੀਏ ਤਾਂ ਅਮਰੀਕਨ ਆਰਮੀ ਕੋਲ 8 ਜੰਗੀ ਬੇੜੇ, 59 ਐਂਟੀ ਏਅਰਕ੍ਰਾਫਟ ਜਹਾਜ਼ ਅਤੇ 4 ਪਣਡੁੱਬੀਆਂ ਤੇ 390 ਬੰਬਰ ਏਅਰਕ੍ਰਾਫਟ ਸੀ। ਅਮਰੀਕਾ ਇੰਨੇ ਹਥਿਆਰਾਂ ਨਾਲ ਜਾਪਾਨ ਦਾ ਇਹ ਹਮਲਾ ਫੇਲ ਕਰ ਸਕਦਾ ਸੀ, ਪਰ ਇਸ ਲਈ ਉਹਨਾਂ ਨੂੰ ਇਸ ਹਮਲੇ ਬਾਰੇ ਕੁਝ ਪਤਾ ਹੋਣਾ ਜ਼ਰੂਰੀ ਸੀ। ਜਾਪਾਨ ਇਹ ਹਮਲਾ ਚੁੱਪ-ਚਪੀਤੇ ਕਰਨ ਲਈ ਜਾਪਾਨ ਦੇ ਮੁੱਖ ਕਮਾਂਡਰਾਂ ਨੇ ਫੈਸਲਾ ਕੀਤਾ ਕਿ ਉਹ ਕੋਈ ਵੀ ਵਾਇਰਲੈਸ ਨਹੀਂ ਕਰਨਗੇ। ਜਾਪਾਨ ਤੇ ਹਮਲਾ ਕਰਨ ਵਾਲੀ ਫੌਜ ਸਾਰੇ ਹਥਿਆਰ ਲੈ ਕੇ 8000 ਕਿਲੋਮੀਟਰ ਦਾ ਸਫ਼ਰ ਕਰਕੇ ਪਰਲ ਹਾਰਬਰ ਤੋਂ 370 ਕਿਲੋਮੀਟਰ ਦੂਰ ਸੀ। ਇੱਥੋਂ ਹੀ ਜਾਪਾਨ ਨੇ ਆਪਣੇ ਜੰਗੀ ਹਵਾਈ ਜਹਾਜ਼ਾਂ ਨਾਲ ਪਰਲ ਹਾਰਬਰ ਤੇ ਹਮਲਾ ਕਰਨ ਲਈ ਉਡਾਣ ਭਰੀ। ਇਹ ਦੂਜੇ ਵਿਸ਼ਵ ਯੁੱਧ ਦਾ ਸਭ ਤੋਂ ਵੱਡਾ ਹਮਲਾ ਹੋਣ ਵਾਲਾ ਸੀ, ਜਿਹਦੇ ਵਿੱਚ ਅਮਰੀਕਾ ਹਜੇ ਤੱਕ ਸ਼ਾਮਲ ਹੀ ਨਹੀਂ ਸੀ। 7 ਦਸੰਬਰ 1941 ਨੂੰ 7:57 ਤੇ 350 ਜੰਗੀ ਹਵਾਈ ਜਹਾਜ਼ਾਂ ਨੇ 2 ਭਾਗਾਂ ਵਿੱਚ ਪਰਲ ਹਾਰਬਰ ਤੇ ਹਮਲਾ ਕਰ ਦਿੱਤਾ। ਇਹ ਜਹਾਜ਼ 45 ਮਿੰਟਾਂ ਤੱਕ ਪਰਲ ਹਾਰਬਰ ਤੇ ਹਮਲਾ ਕਰਦੇ ਰਹੇ। ਫਿਰ ਇਹ ਹਵਾਈ ਜਹਾਜ਼ ਵਾਪਸ ਮੁੜ ਗਏ। ਅਮਰੀਕੀ ਫੌਜ ਨੂੰ ਲੱਗਿਆ ਕਿ ਹਮਲਾ ਬਸ ਇੰਨਾ ਹੀ ਸੀ, ਪਰ 10 ਮਿੰਟਾਂ ਬਾਅਦ ਜਾਪਾਨੀ ਜਹਾਜ਼ਾਂ ਨੇ ਫਿਰ ਹਮਲਾ ਕਰ ਦਿੱਤਾ। ਪੂਰਾ 1 ਘੰਟਾ ਤੇ 15 ਮਿੰਟ ਤੱਕ ਜਾਪਾਨ ਦੇ ਜੰਗੀ ਜਹਾਜ਼ ਬੰਬ ਸੁੱਟਦੇ ਰਹੇ। ਇਸ ਹਮਲੇ ਵਿੱਚ ਅਮਰੀਕਾ ਦੇ 20 ਜੰਗੀ ਜਹਾਜ਼, 8 ਐਂਟੀ ਏਅਰਕ੍ਰਾਫਟ ਜਹਾਜ਼ ਅਤੇ 300 ਲੜਾਕੂ ਹਵਾਈ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗਿਆ। ਜਵਾਬੀ ਕਾਰਵਾਈ ਵਿੱਚ ਅਮਰੀਕੀ ਫੌਜ ਦੇ ਇੱਕ ਧੋਬੀ ਡੌਰਸ ਮਿਲਰ ਨੇ ਇਸ ਹਮਲੇ ਵਿੱਚ ਕਈ ਫੌਜੀਆਂ ਦੀ ਜਾਨ ਬਚਾਈ ਤੇ ਐਂਟੀ ਏਅਰਕ੍ਰਾਫਟ ਮਸ਼ੀਨ ਗਨ ਨਾਲ ਜਾਪਾਨ ਦੇ 6 ਹਵਾਈ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ। ਡੌਰਸ ਮਿਲਰ ਪਹਿਲਾ ਅਫਰੀਕਨ ਅਮਰੀਕਨ ਸੀ ਜਿਸ ਨੂੰ ਨੇਵੀ ਕ੍ਰਾਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਮੈਡਲ ਅਮਰੀਕਨ ਨੇਵੀ ਦਾ ਸਭ ਤੋਂ ਵੱਡਾ ਮੈਡਲ ਹੈ। ਇਸ 1 ਘੰਟੇ 15 ਮਿੰਟਾਂ ਦੇ ਹਮਲੇ ਤੋਂ ਬਾਅਦ ਜਾਪਾਨ ਤਾਂ ਵਾਪਸ ਮੁੜ ਗਿਆ, ਪਰ ਉਹ ਅਮਰੀਕਾ ਨੂੰ ਇਸ ਜੰਗ ਵਿੱਚ ਖਿੱਚ ਲਿਆਇਆ ਸੀ। ਅਗਲੇ ਦਿਨ ਹੀ ਅਮਰੀਕਾ ਨੇ ਜਾਪਾਨ ਨਾਲ ਖੁੱਲੀ ਜੰਗ ਦਾ ਐਲਾਨ ਕਰ ਦਿੱਤਾ। ਇਸ ਤੋਂ 3 ਮਹੀਨਿਆਂ ਤੱਕ ਅਮਰੀਕਾ ਨੇ ਆਪਦੇ ਨੇਵੀ ਬੇਸ ਨੂੰ ਤਿਆਰ ਕੀਤਾ
ਤੇ 4 ਮਹੀਨਿਆਂ ਬਾਅਦ ਅਮਰੀਕਾ ਨੇ ਜਾਪਾਨ ਤੇ ਚੁੱਪ-ਚਪੀਤੇ ਹਮਲਾ ਕੀਤਾ, ਜਿਵੇਂ ਜਾਪਾਨ ਨੇ ਪਰਲ ਹਾਰਬਰ ਤੇ ਕੀਤਾ ਸੀ। ਅਪ੍ਰੈਲ 1942 ਨੂੰ ਅਮਰੀਕਾ ਨੇ ਜਾਪਾਨ ਦੀ ਰਾਜਧਾਨੀ ਟੋਕੀਓ ਤੇ ਬੰਬਾਂ ਦਾ ਮੀਂਹ ਵਰ੍ਹਾ ਦਿੱਤਾ। ਇਹ ਦੂਜੇ ਵਿਸ਼ਵ ਯੁੱਧ ਵਿੱਚ ਅਮਰੀਕਾ ਵੱਲੋਂ ਕੀਤਾ ਗਿਆ ਪਹਿਲਾ ਹਮਲਾ ਸੀ। ਪਰ ਫਿਰ ਅਗਲੇ 4 ਸਾਲਾਂ ਤੱਕ ਅਮਰੀਕਾ ਤੇ ਜਾਪਾਨ ਦੀ ਲੜਾਈ ਚੱਲਦੀ ਰਹੀ, ਜਿਹਦੇ ਵਿੱਚ ਅਮਰੀਕਾ ਜਾਪਾਨ ਤੇ ਭਾਰੂ ਪੈ ਰਿਹਾ ਸੀ। ਜਾਪਾਨ ਇਸ ਜੰਗ ਵਿੱਚ ਬਹੁਤ ਕਮਜ਼ੋਰ ਹੋ ਗਿਆ ਸੀ, ਪਰ ਉਹ ਅਮਰੀਕਾ ਸਾਹਮਣੇ ਹਾਰ ਨਹੀਂ ਸੀ ਮੰਨਣਾ ਚਾਹੁੰਦਾ। ਅਖੀਰਕਾਰ ਅਗਸਤ 1945 ਵਿੱਚ ਅਮਰੀਕਾ ਨੇ ਆਪਦੀ ਆਖਰੀ ਬਾਜੀ ਖੇਡੀ ਤੇ 6 ਅਗਸਤ 1945 ਨੂੰ 8:15 ਤੇ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਤੇ ਬੋਇੰਗ P-29 ਬੰਬਰ ਹਵਾਈ ਜਹਾਜ਼ ਨਾਲ 4400 ਕਿਲੋ ਲਿਟਲ ਬॉय ਨਾਂ ਦਾ ਪਰਮਾਣੂ ਬੰਬ ਸੁੱਟਿਆ ਤੇ ਇਹ ਹਮਲਾ ਇੰਨਾ ਵੱਡਾ ਸੀ ਜਿਵੇਂ ਧਰਤੀ ਤੇ ਸੂਰਜ ਡਿੱਗ ਪਿਆ ਹੋਵੇ। ਧਰਤੀ ਦੀ ਗਰਮੀ 5000 ਡਿਗਰੀ ਤੋਂ ਵੀ ਵੱਧ ਗਈ ਅਤੇ ਇੱਕ ਅੱਗ ਦੇ ਗੋਲੇ ਨੇ ਸਭ ਕੁਝ ਮਿੱਟੀ ਬਣਾ ਦਿੱਤਾ। ਇਹ ਇਤਿਹਾਸ ਦਾ ਪਹਿਲਾ ਪਰਮਾਣੂ ਹਮਲਾ ਸੀ ਜੋ ਜਾਪਾਨ ਤੇ ਅਮਰੀਕਾ ਵੱਲੋਂ ਕੀਤਾ ਗਿਆ। ਜਾਪਾਨ ਦੀ ਫੌਜ ਨੂੰ ਕੁਝ ਹੋਰ ਸਮਝ ਨਹੀਂ ਸੀ ਆ ਰਿਹਾ। ਜਾਪਾਨ ਇਸ ਤੋਂ ਪਹਿਲਾਂ ਕੁਝ ਹੋਰ ਸੋਚ ਵਿਚਾਰ ਕਰਦਾ। ਉਸ ਤੋਂ ਪਹਿਲਾਂ ਅਮਰੀਕਾ ਨੇ 3 ਦਿਨਾਂ ਬਾਅਦ 9 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਨਾਗਾਸਾਕੀ ਤੇ ਵੀ ਦੂਜਾ ਪਰਮਾਣੂ ਬੰਬ ਸੁੱਟ ਦਿੱਤਾ। ਇਸ ਬੰਬ ਦਾ ਕੁੱਲ ਵਜਨ 4670 ਕਿਲੋ ਤੇ ਨਾਂ ਫੈਟਮੈਨ ਸੀ। ਇਸ ਬੰਬ ਨੇ ਪੂਰੇ ਸ਼ਹਿਰ ਨੂੰ ਹੀ ਨਕਸ਼ੇ ਚੋਂ ਖਤਮ ਕਰ ਦਿੱਤਾ। ਇਤਿਹਾਸ ਵਿੱਚ ਇਹੀ 2 ਪਰਮਾਣੂ ਹਮਲੇ ਸੀ ਜਿਹੜੇ ਕਿਸੇ ਦੇਸ਼ ਤੇ ਵਰਤੇ ਗਏ। ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ ਇਨ੍ਹਾਂ ਪਰਮਾਣੂ ਹਮਲਿਆਂ ਨਾਲ 2,60,000 ਤੋਂ ਵੱਧ ਲੋਕ ਮਾਰੇ ਗਏ। ਇਨ੍ਹਾਂ ਹਮਲਿਆਂ ਤੋਂ ਬਾਅਦ ਜਾਪਾਨ ਨੇ ਅਗਲੇ ਹੀ ਹਫ਼ਤੇ ਅਮਰੀਕਾ ਅੱਗੇ ਸਰੈਂਡਰ ਕਰ ਦਿੱਤਾ। ਇਸ ਤੋਂ ਬਾਅਦ ਦੂਜਾ ਵਿਸ਼ਵ ਯੁੱਧ ਵੀ ਖਤਮ ਹੋ ਗਿਆ। ਇਹ ਸੀ ਕੁਝ ਜਾਣਕਾਰੀ ਅਮਰੀਕਾ ਤੇ ਜਾਪਾਨ ਦੇ ਪਰਮਾਣੂ ਹਮਲੇ ਬਾਰੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਨ ਕਰ ਲੈਣਾ ਤਾਂ ਜੋ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।